पंज प्याले पंज पीर, छठमा पीर बैठा गुर भारी। अर्जन काया पलट कै, मूरत हर गोबिंद सवारी। चली पीढ़ी सोडियाँ, रूप दिखावन वारो वारी। दल भंजन गुर सूरमा, वड जोदा बहु पर उपकारी। चवर छतर तख्त सिंहासन के मालिक, गुरता गद्दी ते विराजमान। राजान राज, पानान पान, देवान देव, उपमा महान जी के मालिक। शहनशाह पिता वालिए कुल आलम, सर्ब कायनात सृष्टि दे रचनायक शब्द ब्रह्म सतगुरु। धन धन सतगुरु श्री गुरु गुरु ग्रंथ साहिब जी महाराज, जिन्हां दी अपार बख्शिश रहमत दे सदका आप सरबत संगतां अमृत वेले तो लै करके हाजरियां भर रहे हो। वडभागे हो जिन्हां नूं अमृत वेले दी अमुल्ली दात प्राप्त हुई है। सतगुरु जियां दी कृपा दे सदका पंज बाणियां दा जाप नितनेम आप सरबत संगतां ने गायन कीता है, सरवण कीता है। उपरंत सतगुरु जियां ने प्रकाशमान हो करके दर्शन दीदार दिते। पावन श्री मुख वाक बख्शिश कीता जीवां दे भले हित। और आप जियां ने बाबा जी होना पासों पावन पवित्र मुख वाक दी विचार सुंदर विचारां सरवण कीतियां ने। आप सरबत संगतां जानदे हो गुरु नानक देव साहिब जी महाराज जियां दी छेवीं जोत, धन सतगुरु श्री गुरु हरगोबिंद साहिब जी महाराज अज दे दिन गवालियर दे किले विचों 52 राजियां नूं रिहा करवा करके अमृतसर साहिब पुजे। और सिखां ने उन्हां दी आउण दी खुशी दे अंदर दीपमाला कीती। बाबा बुढ़ा साहिब जियां ने सिखां नूं कहा कि सतगुरु जी दी खुशी दे अंदर घ्यो दे दीवे जगाए जान। साध संगत जी आप सरबत संगतां नूं बंदी छोड़ दिवस दियां लख लख मुबारकां होवण। पर यह गल याद रखियो, कदे वास्ते भी आपां इह शब्द नहीं वरतना कि गुरु हरगोबिंद साहिब जी महाराज रिहा हो करके आए सन, क्योंकि सतगुरु जियां नूं कोई बंदी नहीं बना सकदा। ये सतगुरु जियां दी अपनी बिध सी। सतगुरु जियां ने 52 राजियां नूं रिहा करवाया। आओ एकाग्र चित हो करके अपनी सुरत नूं गुरु चरनां विच झुकाईए और गुरु हरगोबिंद साहिब जी महाराज कृपा करन, आप ही विच वर्त करके अपनी वडियाई शोभा सिफत करवा दैन। विचारां प्रारंभ करन तो पहलां आप सरबत संगतां सतगुरु जियां दे चरनां पास सीस झुकाओ और सतगुरु जियां दी बख्शिश कीती हुई फतेह दा सिमरन करिए। गज करके आखो जी वाहिगुरु जी का खालसा वाहिगुरु जी की फतेह। साध संगत जी
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੱਕ ਪੰਜ ਜੋਤਾਂ ਨੇ ਸੰਸਾਰ ਨੂੰ ਤਾਰਨ ਦੇ ਵਾਸਤੇ ਗਿਆਨ ਵੰਡਿਆ। ਸੰਸਾਰ ਦੇ ਭਲੇ ਹਿੱਤ ਔਰ ਹੁਕਮਰਾਨਾਂ ਦਾ ਜੋ ਸਮੇਂ ਦੇ ਨਾਲ ਆਪਾਂ ਕਹਿ ਲਈਏ ਜ਼ਾਲਮ ਸਰਕਾਰਾਂ ਜਿਵੇਂ ਜਿਵੇਂ ਕਰਦੀਆਂ ਆਈਆਂ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੱਕ ਜਿਨ੍ਹਾਂ ਨੂੰ ਆਪਾਂ ਸ਼ਾਂਤੀ ਦੇ ਪੁੰਜ ਆਖਦੇ ਹਾਂ, ਸ਼ਾਂਤੀ ਦੇ ਸੋਮੇ ਸ਼ਬਦ ਵਰਤਦੇ ਹਾਂ ਔਰ ਪ੍ਰੇਮ ਦੇ ਵਿੱਚ ਬੈਠ ਕਰਕੇ ਸ਼ਾਂਤੀ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਕੀਤੀ ਔਰ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। ਇਹਨਾਂ ਜ਼ਾਲਮ ਸਰਕਾਰਾਂ ਨੇ ਸ਼ਾਂਤੀ ਦੇ ਨਾਲ ਵੀ ਸਾਧ ਸੰਗਤ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਨ ਦਿੱਤੀ। ਹੱਥ ਦੇ ਵਿੱਚੋਂ ਮਾਲਾ ਖੋਹ ਕਰਕੇ ਤਸੀਹੇ ਦੇਣੇ ਪ੍ਰਾਰੰਭ ਕੀਤੇ। ਆਪ ਸਰਬੱਤ ਸੰਗਤਾਂ ਜਾਣਦੇ ਹੋ, ਜਦੋਂ ਸਤਿਗੁਰੂ ਜੀਆਂ ਦੀ ਸ਼ਹੀਦੀ ਹੁੰਦੀ ਹੈ ਉਪਰੰਤ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਂਦੇ ਨੇ। ਸਤਿਗੁਰੂ ਜੀ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਹੁੰਦੇ ਨੇ ਔਰ ਸਾਧ ਸੰਗਤ ਜੀ ਗੁਰਤਾ ਗੱਦੀ 'ਤੇ ਬੈਠਦਿਆਂ ਸਾਰ ਹੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੋ ਤਲਵਾਰਾਂ ਧਾਰਨ ਕਰਦੇ, ਮੀਰੀ ਔਰ ਪੀਰੀ। ਇੱਕ ਭਗਤੀ ਔਰ ਸ਼ਕਤੀ। ਪਹਿਲਾਂ ਕੱਲੀ ਭਗਤੀ ਸੀ, ਨਾਲ ਸ਼ਕਤੀ ਨਹੀਂ। ਭਾਵੇਂ ਕਿ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਵੀ ਜਦੋਂ ਕਿਤੇ ਲੋਕਾਂ ਦੀਆਂ ਗੱਲਾਂ ਸੁਣ ਕਰਕੇ ਵੀਰ ਰਸ ਦੇ ਵਿੱਚ ਆਇਆ ਕਰਨ। ਸਤਿਗੁਰੂ ਜੀਆਂ ਦੀ ਵੀ ਇਹ ਪਾਵਨ ਪਵਿੱਤਰ ਗੁਰਬਾਣੀ ਹੈ, ਮੂਰਖ ਗੰਢ ਪਵੈ ਮੋਹ ਮਾਰ। ਜਦੋਂ ਕਿਤੇ ਕੱਲਾ ਗੱਲਾਂ ਦੇ ਨਾਲ ਨਹੀਂ, ਜਦੋਂ ਕਿਤੇ ਸ਼ਸਤਰ ਵੀ ਚੁੱਕਣਾ ਪਵੇ ਤੇ ਉੱਥੇ ਵੀ ਸਤਿਗੁਰੂ ਜੀਆਂ ਨੇ ਹੁਕਮ ਕੀਤਾ, ਫਿਰ ਉਹਦੀ ਵਰਤੋਂ ਜ਼ਰੂਰ ਕਰਨੀ ਹੈ। ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਧਾਰਨ ਕੀਤੀਆਂ ਔਰ ਸਮੇਂ ਦੀ ਜ਼ਾਲਮ ਸਰਕਾਰ ਦਾ ਇਹ ਹੁਕਮ ਹੈ ਕਿ ਜਹਾਂਗੀਰ ਦੇ ਤਖਤ ਤੋਂ ਵੱਡਾ ਤਖਤ ਹੋਰ ਕੋਈ ਦੁਨੀਆ ਦੇ ਅੰਦਰ ਸਾਜ ਨਹੀਂ ਸਕਦਾ, ਬਣਾ ਨਹੀਂ ਸਕਦਾ। ਸਾਧ ਸੰਗਤ ਜੀ, ਕੀ ਕਾਰਨ ਬਣੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਗਵਾਲੀਅਰ ਜਾਣਾ ਪਿਆ? ਪਹਿਲਾਂ ਸਤਿਗੁਰੂ ਜੀਆਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ। ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਸਾਹਮਣੇ ਸੱਚੇ ਤਖਤ ਦੀ ਸਥਾਪਨਾ ਕੀਤੀ। ਸੱਚਾ ਤਖਤ ਤਾਂ ਦੁਨੀਆ ਦੇ ਬਾਦਸ਼ਾਹਾਂ ਦੇ ਝੂਠੇ ਤਖਤ ਨੇ, ਜਿੱਥੇ ਉਹ ਕੁਫਰ ਤੋਲਦੇ ਨੇ ਔਰ ਪ੍ਰਜਾ ਨੂੰ ਦੁਖੀ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਸੱਚੇ ਤਖਤ ਦੀ ਸਥਾਪਨਾ ਕੀਤੀ, ਜਿੱਥੇ ਮਹਾਰਾਜ ਸਭਨਾਂ ਦੇ ਨਿਆਂ ਕਰਦੇ ਔਰ ਜਿੱਥੇ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ। ਸਾਧ ਸੰਗਤ ਜੀ, ਜਦੋਂ ਇਹ ਗੱਲ ਪਤਾ ਲੱਗੀ ਜਹਾਂਗੀਰ ਬਾਦਸ਼ਾਹ ਨੂੰ ਕਿ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਪੁੱਤਰ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਉਹਨੇ ਇੱਕ ਤੇ ਮੇਰੇ ਤੋਂ ਵੱਡਾ ਤਖਤ ਜਿਹੜਾ ਉਹ ਸਾਜ ਦਿੱਤਾ ਹੈ, ਔਰ ਦੂਜਾ ਉਹਨੂੰ ਪਤਾ ਲੱਗਾ ਕਿ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਜਿੱਥੇ ਬਾਦਸ਼ਾਹ ਸ਼ਾਹੀ ਟੋਪੀ ਪਹਿਨਿਆ ਕਰਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਉੱਚਾ ਸੋਹਣਾ ਜੰਗੀ ਦਸਤਾਰਾ ਜਿਹੜਾ ਸਿੱਖਾਂ ਨੂੰ ਬਖਸ਼ਿਸ਼ ਕੀਤਾ। ਦਸਤਾਰੇ ਉੱਪਰ ਸਤਿਗੁਰੂ ਜੀ ਆਪ ਖੁਦ ਕਲਗੀ ਲਾ ਕਰਕੇ ਰੱਖਿਆ ਕਰਦੇ। ਬਾਦਸ਼ਾਹ ਵਾਲਾ ਰੋਬ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ। ਸਾਧ ਸੰਗਤ ਜੀ, ਜਦੋਂ ਖਬਰ ਮਿਲੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਕਿ ਜਿਹੜੀਆਂ ਵੀ ਸਿੱਖ ਸੰਗਤਾਂ ਸਾਡੇ ਦਰਬਾਰ ਦੇ ਵਿੱਚ ਆਉਂਦੀਆਂ ਨੇ ਨਾ,
ਉਹ ਅੱਜ ਤੋਂ ਬਾਅਦ ਸਾਡੇ ਦਰਬਾਰ ਦੇ ਅੰਦਰ ਕੋਈ ਰੁਮਾਲਾ ਸਾਹਿਬ, ਕੋਈ ਕੀਮਤੀ ਦੁਸ਼ਾਲਾ ਨਾ ਲੈ ਕਰਕੇ ਆਵੇ। ਸਤਿਗੁਰੂ ਜੀਆਂ ਨੇ ਉੱਥੇ ਫਿਰ 3 ਮੰਗਾਂ ਰੱਖੀਆਂ। ਕਹਿੰਦੇ ਆਉਣ ਵਾਲੇ ਸਿੱਖ ਜਿਹੜੇ ਸਾਡੇ ਦਰਬਾਰ ਦੇ ਅੰਦਰ ਆਉਣਗੇ ਨਾ, ਉਹ ਅੱਜ ਤੋਂ ਬਾਅਦ ਕੋਈ ਮਾਇਆ ਭੇਟਾ, ਕੋਈ ਦੁਸ਼ਾਲੇ, ਕੋਈ ਕੀਮਤੀ ਵਸਤਰ ਨਾ ਲੈ ਕਰਕੇ ਆਉਣ। ਸਾਡੇ ਦਰਬਾਰ ਦੇ ਅੰਦਰ ਕੀਮਤੀ ਤੋਂ ਕੀਮਤੀ ਸੋਹਣੇ ਸ਼ਸਤਰ ਲੈ ਕਰਕੇ ਆਉਣ। ਘੋੜੇ ਜਿਹੜੇ ਨੇ ਉਹ ਸਿੱਖ ਸੰਗਤਾਂ ਭੇਟ ਕਰਨ, ਚੰਗੇ ਸ਼ਾਹੀ ਘੋੜੇ ਸਾਡੇ ਦਰਬਾਰ ਦੇ ਅੰਦਰ ਹੋਣ। ਔਰ ਫਿਰ ਤੀਜਾ ਹੁਕਮ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਕੀਤਾ ਕਿ ਜਿਹੜੇ ਸਿੱਖ ਨੌਜਵਾਨ ਨੇ ਨਾ, ਉਹ ਜਵਾਨੀਆਂ ਵਾਰ ਦੇਣ। ਸਾਧ ਸੰਗਤ ਇਹ 3 ਬਚਨ ਕੀਤੇ। ਦਿੱਲੀ ਦੇ ਹੁਕਮਰਾਨ ਜਿਹੜੇ ਨੇ ਉਹ ਕੰਬ ਉੱਠੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੇ ਤੇ ਭਾਰੂ ਹੋਣਗੇ। ਸਾਧ ਸੰਗਤ ਜੀ, ਜਿਨ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਹੀਦੀ ਕਰਵਾਈ, ਚੰਦੂ ਵਰਗੇ ਉਹ ਕੁਫਰ ਤੋਲਣ ਵਾਲੇ ਲੋਕ, ਉਹਨਾਂ ਨੂੰ ਜ਼ਿਆਦਾ ਖਤਰਾ ਬਣ ਗਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਹੀਦੀ ਦਾ ਬਦਲਾ ਫਿਰ ਸਾਡੇ ਕੋਲੋਂ ਲਿਆ ਜਾਵੇਗਾ। ਤਖਤ ਸਾਜ ਦਿੱਤਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੀ ਫੌਜ ਤਿਆਰ ਕੀਤੀ ਹੈ, ਸ਼ਸਤਰ ਆਪਣੇ ਕੋਲ ਰੱਖੇ ਨੇ, ਬੜੇ ਬੜੇ ਸ਼ਾਹੀ ਘੋੜੇ ਜਿਹੜੇ ਨੇ ਆਪਣੇ ਕੋਲ ਰੱਖ ਲਏ। ਖਤਰਾ ਜਿਹੜਾ ਉਹਨਾਂ ਨੂੰ ਵੱਧਦਾ ਜਾਪਿਆ। ਚੰਦੂ ਜਿਹੜਾ ਸੀ ਨਾ, ਇਹਨੂੰ ਦਿਨ ਰਾਤ ਫਿਕਰ ਹੋਣ ਲੱਗਾ ਕਿ ਮੈਂ ਸਭ ਤੋਂ ਵੱਧ ਘੋਰ ਕਮਾਇਆ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਹੀਦੀ ਕਰਵਾਉਣ ਦੇ ਅੰਦਰ, ਤੇ ਪੁੱਤਰ ਜਿਹੜਾ ਆਪਣੇ ਪਿਤਾ ਦਾ ਬਦਲਾ ਜਿਹੜਾ ਉਹ ਜ਼ਰੂਰ ਲਵੇਗਾ। ਸਾਧ ਸੰਗਤ ਜੀ, ਚੰਦੂ ਨੇ ਫਿਰ ਉੱਥੇ ਚਾਲਾਂ ਚੱਲੀਆਂ ਜਿੱਥੇ ਇਹ 2 ਕਾਰਨ ਕਵੀ ਸੰਤੋਖ ਸਿੰਘ ਜੀ ਚੂੜਾਮਨ ਨੇ ਦਰਜ ਕੀਤੇ ਨੇ। ਪਹਿਲਾ ਕਾਰਨ ਇਹ ਚੰਦੂ ਨੇ ਕੀਤਾ ਹੈ ਸਤਿਗੁਰੂ ਜੀਆਂ ਨੂੰ ਗਵਾਲੀਅਰ ਬੁਲਾਉਣ ਦਾ। ਜਹਾਂਗੀਰ ਬਾਦਸ਼ਾਹ ਜਿਹੜਾ ਹੈ ਉਹ ਨਸ਼ੇ ਦੇ ਵਿੱਚ ਬਹੁਤ ਧੁੰਦ ਰਹਿੰਦਾ ਹੈ। ਔਰ ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਨੇ ਆਪਣੇ ਦਰਬਾਰ ਦੇ ਅੰਦਰ ਨੱਚਣ ਟੱਪਣ ਵਾਲੇ ਵੀ ਰੱਖੇ ਨੇ, ਨਸ਼ਾ ਕਰਦਾ ਹੈ ਨਾਲੇ ਉਹਨਾਂ ਨੂੰ ਦੇਖਦਾ ਹੈ। ਔਰ ਨਾਲ ਦੀ ਨਾਲ ਉਹਨੇ ਸੂਈਏ ਵੀ ਰੱਖੇ ਨੇ ਜਿਨ੍ਹਾਂ ਨੂੰ ਜੋਤਸ਼ੀ ਆਪਾਂ ਕਹੀਏ। ਔਰ ਜਦੋਂ ਇਹ ਚੰਦੂ ਨੇ ਜੋਤਸ਼ੀ ਕੋਲ ਜਾਣਾ ਕੀਤਾ, ਜਾ ਕਰਕੇ ਉਸ ਜੋਤਸ਼ੀ ਨੂੰ ਲਾਲਚ ਦਿੱਤਾ। ਚੰਦੂ ਕਹਿਣ ਲੱਗਾ ਕਿ ਮੇਰਾ ਇਹ ਛੋਟਾ ਕੰਮ ਹੈ। 500 ਮੋਹਰਾਂ ਉਹਦੇ ਅੱਗੇ ਰੱਖੀਆਂ। ਉਹਦੇ ਅੱਗੇ 500 ਮੋਹਰਾਂ ਰੱਖ ਕੇ ਕਹਿਣ ਲੱਗਾ, ਜੇ ਤੂੰ ਮੇਰਾ ਕੰਮ ਕਰ ਦਵੇਂ ਤੈਨੂੰ 5000 ਮੋਹਰਾਂ ਹੋਰ ਦੇਵਾਂਗਾ। ਜੋਤਸ਼ੀ ਕਹਿਣ ਲੱਗਾ, ਦੱਸੋ ਜੀ। ਚੰਦੂ ਕਹਿਣ ਲੱਗਾ ਕਿ ਤੂੰ ਜਹਾਂਗੀਰ ਬਾਦਸ਼ਾਹ ਕੋਲ ਜਾ ਕਰਕੇ ਕਹਿਣਾ ਕਿ ਤੇਰੇ ਉੱਪਰ ਪਹਾੜੀ ਸਾਸ਼ਟਵਤੀ ਆਉਣ ਵਾਲੀ ਹੈ। ਉਹ ਸਾਸ਼ਟਵਤੀ ਆਉਣ ਦੇ ਨਾਲ ਕੁਝ ਸਮਾਂ ਰੁਕ ਕਰਕੇ ਤੇਰੀ ਮੌਤ ਹੋ ਜਾਵੇਗੀ। ਸਾਧ ਸੰਗਤ, ਸਾਸ਼ਟਵਤੀ ਆਈ ਨਹੀਂ, ਬਸ ਡਰਾਵਾ ਦਿੱਤਾ ਗਿਆ ਸੀ। ਜਦੋਂ ਉਸ ਜੋਤਸ਼ੀ ਨੇ ਜਾ ਕਰਕੇ ਜਹਾਂਗੀਰ ਨੂੰ ਇਹ ਬਚਨ ਕੀਤੇ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਬੁਲਾਉਣ ਦੇ ਵਾਸਤੇ ਚਾਲ ਸੀ। ਜੋਤਸ਼ੀ ਗਿਆ, ਉਹਨੇ ਜਾ ਕਰਕੇ ਢਿੱਲਾ ਜਿਹਾ ਮੂੰਹ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਕਿਹਾ, ਬਾਦਸ਼ਾਹ ਜੀ ਕੋਈ ਭਾਰੀ ਸੰਕਟ ਆਉਣ ਵਾਲਾ ਹੈ। ਜਦੋਂ ਦੱਸਿਆ ਕਿ ਤੁਹਾਡੇ ਉੱਪਰ ਪਹਾੜੀ ਸਾਸ਼ਟਵਤੀ ਆਵੇਗੀ ਔਰ ਕੁਝ ਸਮਾਂ ਰੁਕ ਕਰਕੇ ਤੁਹਾਡੀ ਮੌਤ ਹੋ ਜਾਵੇਗੀ, ਬਚਣਾ ਮੁਸ਼ਕਲ ਹੋ ਜਾਵੇਗਾ ਜੇਕਰ ਉਹਦਾ ਉਪਾਅ ਨਾ ਕੀਤਾ। ਬਾਦਸ਼ਾਹ ਕਹਿਣ ਲੱਗਾ, ਕੀ ਉਪਾਅ ਹੈ? ਤੇ ਇਹ ਜਿਹੜਾ ਜੋਤਸ਼ੀ ਸੀ ਨਾ, ਇਹ ਕਹਿੰਦਾ ਉਪਾਅ ਹੋਈ ਹੈ ਕਿ ਦੁਨੀਆ ਦੇ ਅੰਦਰ ਕੋਈ ਸੱਚਾ ਬੰਦਾ ਹੋਵੇ, ਉਹ ਸੱਚਾ ਬੰਦਾ ਜਿਹੜਾ ਤੁਹਾਡੇ ਨਾਮ ਦਾ ਚਲੀਆ ਕੱਟੇ, ਤੁਹਾਡੇ ਨਾਮ ਦੀ ਬੰਦਗੀ ਕਰੇ, ਤਾਂ ਇਹ ਜਿਹੜਾ ਸੰਕਟ ਹੈ ਉਹ ਟਲ ਸਕਦਾ ਹੈ। ਉਸੇ ਵਕਤ ਬਾਦਸ਼ਾਹ ਕਹਿਣ ਲੱਗਾ ਕਿ ਕਿਹੜਾ ਹੋਵੇਗਾ ਸੱਚਾ ਬੰਦਾ? ਪੰਜਾਬ ਦੇ ਅੰਦਰ ਢੰਡੋਰਾ ਪਿੱਟ ਦੇਵੋ। ਉੱਥੇ ਚੰਦੂ ਬੈਠਾ, ਇਹਦੀ ਚਾਲ ਸੀ ਇਹ। ਚੰਦੂ ਕਹਿਣ ਲੱਗਾ, ਮੈਨੂੰ ਪਤਾ ਹੈ ਸੱਚਾ ਬੰਦਾ ਕੌਣ ਹੈ। ਔਰ ਦੂਜਾ ਜੋਤਸ਼ੀ ਨੇ ਕਿਹਾ ਸੀ ਉਹ ਸੋਢੀ ਕੁਲ ਦੇ ਵਿੱਚੋਂ ਹੋਵੇ, ਕਿਉਂਕਿ ਇਸ਼ਾਰਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਉੱਪਰ ਸੀ। ਸਾਧ ਸੰਗਤ ਜੀ,
गुरु हरगोबिंद साहिब जी वाह रजियां वर्गा कोई भी सच्चा संसार दे उपर नहीं। सच्चा पातशाह सिख जिहड़ा उन्होंने आखण लगे, गुरु हरगोबिंद साहिब जी महाराज सच्चे पातशाह दे नां दे नाल जाने जाते ने। ये दुनिया दे बादशाह, क्योंकि बादशाह लफ्ज जिहड़ा है ना पातशाह दे नालों छोटा है। साध संगत बादशाह नहीं, सतगुरु जी पातशाह ने। और जदों चंदू ने कहा कि मैनू पता है सच्चा बंदा कौन है, अमृतसर की धरती दे उपर गुरु हरगोबिंद साहिब जी महाराज और वो सोढी कुल दे विचों ने। जदों ये बचन कीते और जहांगीर कहन लगा गुरु हरगोबिंद साहिब जी महाराज जी ते मेरे मित्र भी ने, क्योंकि ये भी चंदू की चाल सी सतगुरु जियां दी मित्रता होनी। समा पहला जदों शेर जिहड़ा सी वो आन करके बड़ी भारी तबाही मचाउंदा सी ना, उदों भी चंदू ने कहा सी कि शेर दा टाकरा गुरु हरगोबिंद साहिब ही कर सकदा। चाल ते सी कि गुरु हरगोबिंद साहिब शेर दा टाकरा करनगे और खत्म हो जाणगे। पर आप जी अज भी तस्वीर देखदे हो कि गुरु हरगोबिंद साहिब जी महाराज जियां ने ढाल दे नाल शेर दा टाकरा कीता और श्री साहिब जिहड़ी है वो शेर नूं दो फड़ कर दी जाती है। साध संगत जी जदों भारी मित्रता हुई, ये मित्रता अगां जा करके आपां इतिहास दे विचों दर्शावांगे। साध संगत इत्थे फिर जदों चंदू ने कहा कि सच्चा पातशाह अमृतसर की धरती दे उपर गुरु हरगोबिंद साहिब है और वो सोढी कुल दे विचों है, तो ये जहांगीर बादशाह ने फिर हुक्म किया, चिट्ठी भेजी अमृतसर साहिब जियां दी धरती दे उपर कि गुरु हरगोबिंद साहिब जी महाराज तुहानू दिल्ली तो बुलावा आया है, तुसी जल्दी चलो और तुहाडे नाल कोई जरूरी विचार करनी है। साध संगत माता गंगा जियां नू पता लगा। माता गंगा जी कहन लगे कि सियाणे ने बाबा बुढ़ा साहिब जी, आपां उन्हां नू पुछीए कि दिल्ली जाना चाहिदा है कि जां नहीं जाना चाहिदा, क्योंकि गुरु अर्जन देव साहिब जी भी महाराज जी दिल्ली गए सन पर मुड़ करके वापस नहीं आए, उन्होंने भारी कहर कमाया। साध संगत जी फिर बाबा बुढ़ा साहिब जी कहन लगे हकूमतां दी जो चाल है ना वो जा करके ही पता लगेगी। फिर सतगुरु गुरु हरगोबिंद साहिब जी, माता गंगा जी, बाबा बुढ़ा साहिब जियां दा बचन मन करके होर मुखी सिखां दा बचन मन करके दिल्ली वाल रवाना होए। साध संगत जी जहांगीर दे दरबार अंदर गए और जहांगीर ने हाथ जोड़ करके बेनती की, कहन लगे कि तुसी सच्चे पातशाह हो और बंदगी करन वाले हो, तुसी कृपा करो, जीवां दा भला करदे हो, मेरे भले हित भी तुसी चलीआ कटो। साध संगत उत्थे फिर जहांगीर बादशाह ने कहा कि ग्वालियर दे किले अंदर बैठ करके तुसी जिहड़ा कुछ समा ठहर करके जिहड़ा साडा चलीआ कटना करो। उत्थे फिर गुरु हरगोबिंद साहिब जी महाराज जिथों साध संगत जी ग्वालियर दे किले की प्रारंभता हुंदी है कि सतगुरु जी किले अंदर जाना करते हैं। गुरु हरगोबिंद साहिब जी महाराज उस किले तो जाण तो पहला जिहड़े उस सिख का नाम आउंदा है हरिदास, जिहड़ा इस किले का मुख दरबारी जिन्हों दरोगा कहा जाता है, जिन्हों आपां इंस्पैक्टर कह दिंदे आ, कि ये जिहड़ा हरिदास है ना ये मुख गेट के उपर निगरानी का काम करता है। साध संगत जी ये गुरु अर्जन देव साहिब जी महाराज जियां दा सिख भी रहा, पर बड़ा समा हो गया कि हुण गुरु हरगोबिंद साहिब जियां दे दर्शन करन नूं चित ते करदा सी, पर दर्शन करन दा समा ना मिलदा। साध संगत ये ग्वालियर दा किला वो किला है जिथे कोई माड़ा मोटा आपां कह लीए कोई आम मनुख जिहड़ा उहनूं कैद नहीं किया जा सकदा। वड्डे वड्डे रियासतां दे जिहड़े राजे सन जिन्हां नूं बड़ी मुशक्कत दे नाल फड़ करके इस ग्वालियर दे किले दे विच बंदी बनाया गया सी। पता नहीं किन्ने किन्ने वो वड्डे राजे केड़ियां केड़ियां रियासतां दे वो 52 राजे जिहड़े इस ग्वालियर दे किले दे विच बंदी बने सन। जहांगीर जिस राजे नूं भी इस ग्वालियर दे किले दे विच भेजदा सी ना, साध संगत जी ये ग्वालियर दे किले दे विचों कोई वापस मुड़ करके नहीं सी आंदा। उत्थे जिहड़ा जांदा सी कोई वापस मुड़ करके नहीं आया। साध संगत जी
ਇਹ ਜਦੋਂ ਸਿੱਖ ਨੇ ਨਮਸਕਾਰ ਕੀਤੀ, ਹਰੀਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾਇਆ। ਬੜਾ ਪ੍ਰਸੰਨ ਹੋਇਆ ਕਿ ਸਤਿਗੁਰੂ ਜੀਆਂ ਦੇ ਦਰਸ਼ਨ ਹੋਏ। ਸਿੱਖ ਸੀ, ਔਰ ਜਦੋਂ ਸਤਿਗੁਰੂ ਜੀਆਂ ਨੇ ਗਵਾਲੀਅਰ ਦੇ ਅੰਦਰ ਚਰਨ ਪਾਏ, ਉਹ ਜਿਹੜੇ ਰਾਜੇ ਸਨ ਨਾ ਸਾਧ ਸੰਗਤ ਜੀ, ਉਹਨਾਂ ਦੇ ਸਰੀਰ ਪਿੰਜਰ ਬਣ ਚੁੱਕੇ ਸਨ। ਔਰ ਇੱਕ ਆਸ ਜਾਗੀ ਜਦੋਂ ਸਤਿਗੁਰੂ ਜੀਆਂ ਦੇ ਦਰਸ਼ਨ ਕੀਤੇ, ਸਤਿਗੁਰੂ ਜੀਆਂ ਦਾ ਪ੍ਰਤਾਪ ਦੇਖਿਆ, ਤੇ ਐਸਾ ਜਿਵੇਂ ਆਪਾਂ ਕਹਿ ਦਈਏ ਨਾ, ਇੱਕ ਭੋਜਨ ਮਿਲ ਜਾਂਦਾ ਹੈ ਕਿ ਉਸ ਭੋਜਨ ਦੀ ਸ਼ਕਤੀ ਦੇ ਨਾਲ ਮਨੁੱਖ ਕਹਿੰਦਾ ਹੈ ਕਿ ਮੈਂ ਹੁਣ ਇਹ ਕਾਰਜ ਜਿਹੜਾ ਉਹ ਕਰ ਲਵਾਂਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ। ਸਤਿਗੁਰੂ ਜੀਆਂ ਦਾ ਪ੍ਰਤਾਪ ਜਿਹੜਾ ਉਹਨਾਂ ਰਾਜਿਆਂ ਨੇ ਜਦੋਂ ਦੇਖਿਆ ਨਾ, ਤੇ ਬੜੇ ਪ੍ਰਸੰਨ ਹੋਏ, ਸਤਿਗੁਰੂ ਜੀਆਂ ਦਾ ਦਰਸ਼ਨ ਕਰਕੇ ਨਿਹਾਲ ਹੋਏ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਰ ਰੋਜ਼ ਉਹਨਾਂ ਰਾਜਿਆਂ ਨੂੰ ਉਪਦੇਸ਼ ਦਿੰਦੇ, ਔਰ ਉਹ ਰਾਜੇ ਜਿਹੜੇ ਨੇ ਸਤਿਗੁਰੂ ਜੀਆਂ ਦੀ ਸੰਗਤ ਕਰਦੇ। ਹਰ ਰੋਜ਼ ਦਰਬਾਰ ਸਜਦਾ, ਸਤਿਗੁਰੂ ਜੀਆਂ ਦੀ ਗੋਦ ਦੇ ਵਿੱਚ ਆਣ ਕੇ ਉਹ ਰਾਜੇ ਬੈਠਣ ਲੱਗੇ, ਸਤਿਗੁਰੂ ਜੀਆਂ ਦੇ ਸੰਗੀ ਬਣ ਗਏ। ਉਹ 52 ਦੇ 52 ਰਾਜੇ ਸਤਿਗੁਰੂ ਜੀਆਂ ਦੇ ਪ੍ਰੇਮ ਦੇ ਵਿੱਚ ਸਾਧ ਸੰਗਤ ਜੀ ਭਿੱਜ ਗਏ। ਹਰ ਰੋਜ਼ ਕੀਰਤਨ ਲੱਗਣਾ, ਗੁਰੂ ਨੇ ਉਪਦੇਸ਼ ਦੇਣਾ, ਉਹਨਾਂ ਰਾਜਿਆਂ ਨੇ ਉਪਦੇਸ਼ ਜਿਹੜਾ ਉਹਨੂੰ ਸਰਵਣ ਕਰਨਾ। ਹੁਣ ਚੰਦੂ ਨੂੰ ਇਹ ਚਿੰਤਾ ਸੀ ਕਿ ਜਿਵੇਂ ਉਹ ਰਾਜੇ ਜਿਹੜੇ ਮੁੜ ਕਰਕੇ ਵਾਪਸ ਨਹੀਂ ਨਾ ਆਏ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਮਹਾਰਾਜ ਕਦੇ ਵਾਸਤੇ ਵੀ ਮੁੜ ਕਰਕੇ ਗਵਾਲੀਅਰ ਦੇ ਕਿਲੇ 'ਚੋਂ ਵਾਪਸ ਨਾ ਆਉਣ। ਸਾਧ ਸੰਗਤ ਜੀ, ਇਹਨੇ ਚਾਲ ਚੱਲੀ, ਕਿਉਂਕਿ ਜਿਹੜਾ ਮਿੱਠਾ ਕੁਆਇਜਨ ਜ਼ਹਿਰ ਜਿਹੜਾ ਹੈ ਨਾ, ਉਹ ਖਾਣੇ ਦੇ ਵਿੱਚ ਉਹਨਾਂ ਰਾਜਿਆਂ ਨੂੰ ਦਿੱਤਾ ਜਾਣ ਲੱਗਾ। ਰਾਜਿਆਂ ਨੂੰ ਜ਼ਹਿਰ ਮਿਲਦਾ ਸੀ, ਉਹਨਾਂ ਦਾ ਸਰੀਰ ਜਿਹੜਾ ਦਿਨੋਂ ਦਿਨ ਜਿਹੜਾ ਸੀ ਉਹ ਢਲਦਾ ਜਾਂਦਾ ਸੀ, ਦਿਨੋਂ ਦਿਨ ਸਰੀਰ ਜਿਹੜਾ ਉਹ ਕਮਜ਼ੋਰ ਹੁੰਦਾ ਜਾਂਦਾ ਸੀ। ਉਸ ਖਾਣੇ ਦੇ ਵਿੱਚ ਮਿੱਠਾ ਜ਼ਹਿਰ ਜਿਹੜਾ ਰਾਜਿਆਂ ਨੂੰ ਦਿੱਤਾ। ਇਸੇ ਤਰ੍ਹਾਂ ਖਾਣਾ ਜਿਹੜਾ ਭੋਜਨ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਕੋਲ ਆਉਣਾ ਸੀ, ਪਰ ਸਿੱਖ ਨੇ ਪਹਿਲਾਂ ਹੀ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਇੱਥੋਂ ਭੋਜਨ ਨਾ ਛਕਿਓ। ਸਤਿਗੁਰੂ ਜੀ, ਇਸ ਭੋਜਨ ਦੇ ਅੰਦਰ, ਖਾਣੇ ਦੇ ਅੰਦਰ ਮਿੱਠਾ ਜ਼ਹਿਰ ਜਿਹੜਾ ਹੈ ਨਾ ਉਹ ਮਿਲਾਇਆ ਜਾਂਦਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀਆਂ ਨੇ ਪ੍ਰਸ਼ਾਦਾ ਨਾ ਛਕਿਆ। ਇੱਥੇ ਫਿਰ ਸਤਿਗੁਰੂ ਜੀਆਂ ਦੇ ਦੂਜੇ ਸਿੱਖ ਦਾ ਨਾਮ ਆਉਂਦਾ ਭਾਈ ਜੋਗਾ, ਭਾਈ ਜੇਠਾ, ਜਿਨ੍ਹਾਂ ਨੇ ਆਪ ਮਿਹਨਤ ਕਰਕੇ, ਘਾਲ ਕਮਾਈ, ਕਿਰਤ ਕਰਕੇ ਆਣ ਕਰਕੇ ਸਤਿਗੁਰੂ ਜੀਆਂ ਨੂੰ ਉਹਨਾਂ ਪੈਸਿਆਂ ਦੇ ਨਾਲ, ਕੀਤੀ ਹੋਈ ਕਮਾਈ ਦੇ ਨਾਲ ਭੋਜਨ ਜਿਹੜਾ ਉਹ ਛਕਾਉਣਾ, ਪ੍ਰਸ਼ਾਦਾ ਛਕਾਉਣਾ। ਸਾਧ ਸੰਗਤ ਜੀ, ਫਿਰ ਚੰਦੂ ਨੇ ਦੂਜੀ ਚਾਲ ਚੱਲੀ। ਚੰਦੂ ਨੇ ਚਾਲ ਇਹ ਚੱਲੀ ਕਿ ਹੁਣ ਸਤਿਗੁਰੂ ਜੀਆਂ ਨੇ ਭੋਜਨ ਤੇ ਛਕਿਆ ਨਹੀਂ, ਖਾਣਾ ਤੇ ਛਕਿਆ ਨਹੀਂ, ਇਹਨੇ ਇੱਕ ਚੋਲਾ ਤਿਆਰ ਕਰਵਾਇਆ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਸਤੇ। ਉਹ ਚੋਲੇ ਦਾ ਜਦੋਂ ਕੱਪੜਾ ਤਿਆਰ ਕਰਵਾਇਆ ਨਾ, ਉਹਨੂੰ ਜ਼ਹਿਰ ਦੀ ਪੁੱਠ ਦਿੱਤੀ ਗਈ ਕਿ ਜਦੋਂ ਉਹ ਚੋਲਾ ਜਿਹੜਾ ਕੱਪੜਾ ਜਿਹੜਾ ਸਰੀਰ ਨੂੰ ਲੱਗੇਗਾ, ਸਰੀਰ ਨੂੰ ਪਸੀਨਾ ਆਵੇਗਾ, ਪਸੀਨੇ ਆਉਣ ਦੇ ਨਾਲ ਉਹ ਜਿਹੜਾ ਕੱਪੜਾ ਹੈ ਨਾ, ਉਹਦੇ ਵਿੱਚੋਂ ਜ਼ਹਿਰ ਨਿਕਲ ਕਰਕੇ ਸਰੀਰ ਦੇ ਅੰਦਰ ਜ਼ਹਿਰ ਜਾਵੇਗਾ, ਔਰ ਹੌਲੀ ਹੌਲੀ ਉਹ ਜ਼ਹਿਰ ਜਿਹੜਾ ਆਪਣਾ ਅਸਰ ਕਰਦਾ ਜਾਵੇਗਾ। ਜਦੋਂ ਚੰਦੂ ਨੇ ਇਹ ਚੋਲਾ ਜਿਹੜਾ ਭੇਜਿਆ ਹਰੀਦਾਸ ਦੇ ਕੋਲ, ਹਰੀਦਾਸ ਚੋਲਾ ਲੈ ਕਰਕੇ ਸਤਿਗੁਰੂ ਜੀਆਂ ਪਾਸ ਆਇਆ, ਨਮਸਕਾਰ ਕਰਕੇ ਕਹਿਣ ਲੱਗਾ, ਸਤਿਗੁਰੂ ਜੀ, ਇਹ ਚੋਲਾ ਚੰਦੂ ਨੇ ਭੇਜਿਆ, ਪਰ ਇਹਨੂੰ ਜ਼ਹਿਰ ਦੀ ਪੁੱਠ ਦਿੱਤੀ ਗਈ ਹੈ ਇਸ ਕੱਪੜੇ ਨੂੰ, ਪਰ ਇਹ ਚੋਲਾ ਜਿਹੜਾ ਤੁਸੀਂ ਆਪਣੇ ਸਰੀਰ ਉੱਪਰ ਪਹਿਨੇ ਹੋ ਨਾ। ਸਤਿਗੁਰੂ ਜੀ ਮੁਸਕਰਾਏ ਔਰ ਸਿੱਖ ਦੇ ਉੱਪਰ ਢੇਰ ਸਾਰੀਆਂ ਕਿਰਪਾ ਕੀਤੀਆਂ। ਸਾਧ ਸੰਗਤ ਜੀ, ਇੱਥੇ ਫਿਰ ਜਿਹੜਾ ਸਿੱਖ ਹੈ ਨਾ, ਭਾਈ ਜੇਠਾ ਔਰ ਭਾਈ ਜੋਗਾ, ਉਹਨਾਂ ਨੇ ਕਿਰਤ ਕਰਨੀ, ਸਤਿਗੁਰੂ ਜੀਆਂ ਵਾਸਤੇ ਪ੍ਰਸ਼ਾਦਾ ਜਿਹੜਾ ਆਪਣਾ ਦਸਵੰਡ ਕੱਢ ਕਰਕੇ ਛਕਾਉਣਾ। ਔਰ ਦੂਜੇ ਪਾਸੇ ਆਪ ਜੀ ਸਰਵਣ ਕਰਦੇ ਹੋ, ਕਈ ਵਾਰੀ ਕਹਿ ਦਿੱਤਾ ਜਾਂਦਾ ਹੈ ਜੀ ਇਹ ਝੂਠ ਹੈ, ਇਹ ਐਵੇਂ ਹੀ ਹੈ, ਪਰ ਨਹੀਂ, ਇਹ ਸੱਚ ਹੈ ਕਿ ਭਾਈ ਜੋਗਾ ਜਿਹੜਾ ਉਹਦੇ ਉੱਪਰ ਗੁਰੂ ਘਰ ਦੇ ਵੱਲੋਂ ਬਖਸ਼ਿਸ਼ ਸੀ ਕਿ ਉਹ ਆਪਣਾ ਰੂਪ ਜਿਹੜਾ ਸੀ ਨਾ, ਆਪਣੀ ਰੂਹ ਜਿਹੜੀ ਸੀ ਉਹ ਬਦਲ ਸਕਦਾ ਸੀ, ਕਿਸੇ ਵੀ ਸਰੀਰ ਦੇ ਅੰਦਰ ਧਾਰਨ ਕਰ ਸਕਦਾ ਸੀ। ਹਰ ਰੋਜ਼ ਰਾਤ ਨੂੰ ਜਹਾਂਗੀਰ ਦੇ ਮਹਿਲ ਦੇ ਅੰਦਰ ਜਾ ਕਰਕੇ ਸ਼ੇਰ ਦਾ ਰੂਪ ਧਾਰਨ ਕਰਨਾ, ਸ਼ੇਰ ਦਾ ਰੂਪ ਧਾਰਨ ਕਰਕੇ ਔਰ ਜਹਾਂਗੀਰ ਦੀ ਛਾਤੀ ਦੇ ਉੱਪਰ ਸਾਧ ਸੰਗਤ ਜੀ ਪੰਜਾ ਰੱਖਣਾ। ਜਹਾਂਗੀਰ ਨੇ ਪਹਿਲੇ ਦਿਨ ਪੁਬਾਂ ਮਾਰ ਕਰਕੇ ਉੱਠਿਆ ਕਿ ਸ਼ੇਰ ਆ ਗਿਆ, ਬੜਾ ਰੌਲਾ ਪਾਇਆ, ਪਰ ਜਦੋਂ ਦੇਖਿਆ ਕੋਈ ਸ਼ੇਰ ਨਹੀਂ। ਸਾਰੇ ਕਹਿਣ ਲੱਗੇ, ਕਿੱਥੇ ਹੈ ਸ਼ੇਰ, ਤੈਨੂੰ ਕੋਈ ਬੁਰਾ ਸੁਪਨਾ ਆਇਆ। ਸਾਧ ਸੰਗਤ ਉਸ ਦਿਨ ਤੇ ਸਮਝਿਆ ਕਿ ਸ਼ਾਇਦ ਕੋਈ ਸੁਪਨਾ ਹੀ ਹੋਵੇਗਾ। ਅੱਧੀ ਕੁ ਰਾਤ ਨੂੰ ਅਗਲੇ ਦਿਨ ਫੇਰ ਗੁਰੂ ਕੇ ਪਿਆਰੇ ਸਿੱਖ ਸ਼ੇਰ ਦਾ ਰੂਪ ਧਾਰਨ ਕਰਕੇ
ਜਦੋਂ ਇਹਦੀ ਛਾਤੀ ਦੇ ਉੱਪਰ ਪੰਜੇ ਰੱਖਦੇ ਨੇ, ਕਹਿੰਦਾ ਮੈਂ ਤੇ ਸੋਚਿਆ ਸੀ ਕਿ ਸੱਚਮੁੱਚ ਹੀ ਸੁਪਨਾ ਹੈ, ਪਰ ਇਹ ਸੱਚਮੁੱਚ ਹੀ ਸ਼ੇਰ ਹੈ। ਬੜਾ ਡਰ ਉੱਠਿਆ। ਲੋਕ ਕਹਿਣ ਲੱਗੇ ਤੂੰ ਪਾਗਲ ਹੋ ਗਿਆ, ਕੋਈ ਸ਼ੇਰ ਨਹੀਂ, ਪਰ ਡਰਦਾ ਹੈ, ਬਹੁਤ ਜ਼ਿਆਦਾ ਘਾਬਰ ਗਿਆ ਹੈ। ਸਾਧ ਸੰਗਤ ਜੀ, ਇੱਧਰ ਫਿਰ ਗੁਰੂ ਕੇ ਪਿਆਰੇ ਸਿੱਖ ਇਹਨੂੰ ਡਰਾਉਂਦੇ ਨੇ, ਉਧਰ ਆਪਾਂ ਧਿਆਨ ਮਾਰੀਏ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ। ਸਾਧ ਸੰਗਤ ਜੀ, ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਔਰ ਅਨੇਕਾਂ ਸਿੱਖ ਜਿਹੜੇ ਨੇ ਉਹ ਸਤਿਗੁਰੂ ਜੀਆਂ ਦੇ ਵਿਛੋੜੇ ਦੇ ਵਿੱਚ ਵੈਰਾਗ ਕਰਦੇ ਨੇ। ਕਿਤਨਾ ਸਮਾਂ ਹੋ ਗਿਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ 'ਚੋਂ ਮੁੜ ਕੇ ਵਾਪਸ ਨਹੀਂ ਆਏ। ਸਤਿਗੁਰੂ ਜੀਆਂ ਦੇ ਦਰਸ਼ਨ ਦੀਦਾਰ ਨਹੀਂ ਹੋਏ। ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕਹਿਣ ਲੱਗੇ ਆਪਾਂ ਸਤਿਗੁਰੂ ਜੀਆਂ ਦੇ ਦਰਸ਼ਨ ਕਦੋਂ ਕਰਾਂਗੇ। ਸਾਧ ਸੰਗਤ, ਜਿਹੜਾ ਆਪਾਂ ਅਰਦਾਸ ਦੇ ਅੰਦਰ ਪੜ੍ਹਦੇ ਆ ਨਾ, ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ, ਇਹ ਚੌਂਕੀਆਂ ਜਿਹੜੀਆਂ ਨੇ ਨਾ, ਆਪਾਂ ਦਰਬਾਰ ਸਾਹਿਬ ਅੰਦਰ ਦੇਖਦੇ ਹਾਂ ਕਿ ਅੰਮ੍ਰਿਤ ਵੇਲੇ ਦੀ ਚੌਂਕੀ, ਦੁਪਹਿਰ ਵੇਲੇ ਜਿਹੜੀ ਚੌਂਕੀ ਕੱਢੀ ਜਾਂਦੀ ਹੈ, ਸੋਦਰ ਦੀ ਚੌਂਕੀ ਖਾਸ ਹੋਣ ਕਰਕੇ ਹੁਣ ਤੇ 4 ਜਾਂ 5 ਚੌਂਕੀਆਂ ਜਿਹੜੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਿਕਲਦੀਆਂ ਨੇ। ਪਰ ਜਿਹੜੀਆਂ ਇਤਿਹਾਸਕ ਚੌਂਕੀਆਂ ਨੇ ਉਹ 2 ਨੇ। ਇਤਿਹਾਸਕ ਚੌਂਕੀਆਂ 2 ਨੇ। ਪਹਿਲੀ ਚੌਂਕੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਲਵੇ ਦੀ ਧਰਤੀ ਦੇ ਉੱਪਰ ਗਏ ਸਨ ਨਾ, ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਚਿੱਠੀ ਪਾਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਿ ਸਤਿਗੁਰੂ ਜੀ ਸੰਗਤਾਂ ਤੁਹਾਡੇ ਦਰਸ਼ਨਾਂ ਨੂੰ ਤਰਸ ਲਈਆਂ ਨੇ। ਉਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਹਾ ਸੀ ਕਿ ਸ਼ਬਦ ਦੀ ਚੌਂਕੀ ਕੱਢੀ ਜਾਵੇ, ਅਸੀਂ ਉਸ ਸ਼ਬਦ ਦੀ ਚੌਂਕੀ ਦੇ ਵਿੱਚ ਪ੍ਰਤੱਖ ਸੰਗਤਾਂ ਨੂੰ ਦਰਸ਼ਨ ਦੇਵਾਂਗੇ। ਜਿਹੜਾ ਭਾਵਨੀ ਵਾਲਾ ਗੁਰਸਿੱਖ ਉਸ ਚੌਂਕੀ ਦੇ ਵਿੱਚ ਸ਼ਬਦ ਪੜ੍ਹੇਗਾ ਨਾ, ਅਸੀਂ ਉਹਨਾਂ ਨੂੰ ਉਸੇ ਚੌਂਕੀ ਦੇ ਵਿੱਚ ਦਰਸ਼ਨ ਦੇਵਾਂਗੇ। ਸਾਧ ਸੰਗਤ, ਆਪਾਂ ਗੁਰਬਾਣੀ ਪੜ੍ਹਦੇ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਫਿਰ ਪੜ੍ਹੋ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਸਾਧ ਸੰਗਤ ਜੀ, ਇਹ ਚੌਂਕੀ ਜਿਹੜੀ ਪਹਿਲੀ ਫਿਰ ਬਾਬਾ ਬੁੱਢਾ ਸਾਹਿਬ ਜੀਆਂ ਨੇ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਦੇ ਉੱਪਰ ਕੱਢੀ। ਦਰਬਾਰ ਸਾਹਿਬ ਜੀਆਂ ਦੀ ਚੌਂਕੀ ਔਰ ਹਰਮੰਦਰ ਦੀ ਚੌਂਕੀ, ਇਹ 2 ਚੌਂਕੀਆਂ ਵੱਖਰੀਆਂ ਵੱਖਰੀਆਂ ਨੇ। ਇੱਕ ਸਰੋਵਰ ਦੀ ਪਹਿਲਾਂ ਪਰਿਕਰਮਾ ਕਰਕੇ ਸ਼ਬਦ ਪੜ੍ਹਨੇ ਤੁਸੀਂ ਅੱਜ ਵੀ ਦੇਖਦੇ ਹੋ। ਕੁਝ ਬਜ਼ੁਰਗ ਜਿਹੜੇ ਨੇ, ਮੁਖੀ ਬਜ਼ੁਰਗ ਦੇ ਕੋਲ ਹੱਥ ਦੇ ਵਿੱਚ ਖੰਡਾ ਹੁੰਦਾ, ਨਿਸ਼ਾਨ ਸਾਹਿਬ ਹੁੰਦਾ, ਔਰ ਪਿੱਛੇ ਜਿਹੜੇ ਬਜ਼ੁਰਗ ਨੇ ਉਹ ਸਤਿਗੁਰੂ ਜੀਆਂ ਦੇ ਸ਼ਬਦ ਪੜ੍ਹਦੇ ਨੇ। ਔਰ ਉਹ ਸ਼ਬਦ ਜਿਹੜੇ ਨੇ ਉਹਨਾਂ ਦੀ ਧੁਨੀ ਜਿਹੜੀ ਹੈ, ਉਹਨਾਂ ਦੀ ਲੈਅ ਜਿਹੜੀ ਹੈ, ਕਿਸੇ ਤਾਲ ਦੇ ਨਾਲ ਮੇਲ ਨਹੀਂ ਖਾਂਦੀ। ਉਹ ਪੁਰਾਤਨ ਹੈ ਔਰ ਵੱਖਰੀ ਹੈ। ਉਹ ਉਸ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ, ਜਿਹੜੀ ਬਜ਼ੁਰਗਾਂ ਨੇ ਸਾਂਭੀ ਹੈ। ਅਗਾਂਹ ਉਹਨਾਂ ਦੇ ਨਾਲ ਕੋਈ ਜੁੜਦਾ ਨਹੀਂ, ਕਿਉਂਕਿ ਆਪਾਂ ਵੀ ਦੇਖਦੇ ਹਾਂ ਤੇ ਇਹ ਸੋਚੀਦਾ ਹੈ ਕਿ ਪਤਾ ਨਹੀਂ ਬਜ਼ੁਰਗ ਬਾਣੀ ਪੜ੍ਹੀ ਜਾਂਦੇ, ਸ਼ਾਇਦ ਐਵੇਂ ਹੀ ਹੈ। ਪਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਚਲਾਈ ਹੋਈ ਚੌਂਕੀ ਹੈ। ਸਰੋਵਰ ਦੀ ਚੌਂਕੀ ਸਤਿਗੁਰੂ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀਆਂ ਨੇ ਕੀਤੀ। ਫਿਰ ਹਰਮੰਦਰ ਦੀ ਚੌਂਕੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਕੋਲ ਪਰਿਕਰਮਾ ਕਰਕੇ ਔਰ ਮੁੱਖ ਦਵਾਰ ਜਿਹੜਾ ਉਹਦੇ ਉੱਪਰ ਖੜ ਕਰਕੇ ਅਰਦਾਸ ਬੇਨਤੀ ਹੁੰਦੀ ਹੈ। ਤੁਸੀਂ ਜਾਣਦੇ ਹੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਅੰਦਰ ਗੁਰੂ ਕਾ ਕੀਰਤਨ ਜਿਹੜਾ ਕਦੇ ਵਾਸਤੇ ਬੰਦ ਨਹੀਂ ਹੁੰਦਾ। ਹੁਕਮਨਾਮਾ ਸਾਹਿਬ ਹੋਵੇ, ਅਰਦਾਸ ਹੋਵੇ, ਫਿਰ ਗੁਰੂ ਕਾ ਕੀਰਤਨ ਬੰਦ ਕੀਤਾ ਜਾਂਦਾ ਹੈ, ਪਰ ਉਸ ਤੋਂ ਇਲਾਵਾ ਗੁਰੂ ਕਾ ਕੀਰਤਨ ਨਿਰੰਤਰ ਚੱਲਦਾ ਰਹਿੰਦਾ ਹੈ। ਪਰ ਜਦੋਂ ਇਹ ਚੌਂਕੀ ਜਿਹੜੀ ਆ ਮੁੱਖ ਦਵਾਰ ਦੇ ਉੱਪਰ ਆਉਂਦੀ ਹੈ ਨਾ ਸਾਧ ਸੰਗਤ ਜੀ, ਉਦੋਂ ਕੀਰਤਨੀਏ ਜਿਹੜੇ ਨੇ ਆਪਣੀ ਜਗ੍ਹਾ ਦੇ ਉੱਪਰ ਹੀ ਬੈਠਦੇ ਨੇ, ਸਿੰਘ ਸਾਹਿਬ ਵੀ ਆਪਣੀ ਜਗ੍ਹਾ ਦੇ ਉੱਪਰ ਬੈਠੇ ਹੁੰਦੇ, ਪਰ ਕੀਰਤਨ ਜਿਹੜਾ ਉਹ ਬੰਦ ਹੋ ਜਾਂਦਾ। ਫਿਰ ਇਹ ਅਰਦਾਸ ਬੇਨਤੀ ਹੁੰਦੀ ਹੈ। ਸਾਧ ਸੰਗਤ ਜੀ, ਇਹ ਪਹਿਲੀ ਚੌਂਕੀ। ਫਿਰ ਦੂਜੀ ਚੌਂਕੀ ਜਦੋਂ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦਰਸ਼ਨ ਨਹੀਂ ਹੋ ਰਹੇ, ਫਿਰ ਸਤਿਗੁਰੂ ਜੀਆਂ ਨੇ ਇਹ ਇੱਥੋਂ ਅਰਦਾਸ ਬੇਨਤੀ ਕਰਕੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਤੇ ਨਾਲ ਸੰਗਤਾਂ ਗਵਾਲੀਅਰ ਵੱਲ ਨੂੰ ਰਵਾਨਾ ਹੋਏ। ਸਾਧ ਸੰਗਤ ਜੀ, ਗਵਾਲੀਅਰ ਵੱਲ ਨੂੰ ਰਵਾਨਾ ਹੋਏ। ਕੁਝ ਸੰਗਤਾਂ ਪਿੰਡਾਂ ਦੇ ਵਿੱਚੋਂ ਨਾਲ ਚੱਲੀਆਂ। ਗਵਾਲੀਅਰ ਜਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਔਰ ਸੰਗਤਾਂ ਨੂੰ ਮਿਲ ਨਾ ਦਿੱਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮਿਲਾਪ ਨਾ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਉਸ ਗਵਾਲੀਅਰ ਦੀਆਂ ਪਰਿਕਰਮਾ ਕੀਤੀਆਂ। ਸਾਧ ਸੰਗਤ ਜੀ, ਪਰਿਕਰਮਾ ਕਰਕੇ ਔਰ ਕੰਧਾਂ ਨੂੰ ਚੁੰਮਦੇ ਨੇ, ਮੁੱਖ ਦਰਬਾਰ ਦੇ ਉੱਪਰ ਆਣ ਕਰਕੇ ਨਮਸਕਾਰਾਂ ਕਰਦੇ ਨੇ। ਔਰ ਜਿਹੜਾ ਉਹ ਦਰੋਗਾ ਸੀ ਨਾ ਹਰੀਦਾਸ, ਉਹ ਕਹਿਣ ਲੱਗਾ, ਬਾਬਾ ਜੀ ਤੁਸੀਂ ਇਹ ਕੀ ਕਰਦੇ ਹੋ?
ਗਵਾਲੀਅਰ ਦੇ ਕਿਲੇ ਅੰਦਰ ਤੇ ਕਹਿਰ ਵਰਤ ਰਿਹਾ ਹੈ। ਤੁਸੀਂ ਗਵਾਲੀਅਰ ਦੀਆਂ ਕੰਧਾਂ ਨੂੰ ਚੁੰਮ ਰਹੇ ਹੋ। ਬਾਬਾ ਬੁੱਢਾ ਸਾਹਿਬ ਜੀ ਪ੍ਰੇਮ ਦੇ ਵਿੱਚ ਬਚਨ ਕਰਦੇ, ਅਸੀਂ ਅੰਮ੍ਰਿਤਸਰ ਦੀ ਧਰਤੀ ਦੇ ਉੱਪਰੋਂ ਚੱਲੇ ਹਾਂ ਸਤਿਗੁਰੂ ਜੀਆਂ ਦੇ ਦਰਸ਼ਨਾਂ ਦੇ ਵਾਸਤੇ, ਪਰ ਦੇਖੋ ਇੱਕ ਕੰਧ ਦਾ ਹੀ ਫਾਸਲਾ ਹੈ ਨਾ, ਅੱਗੇ ਤੇ ਸਾਡਾ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬੈਠਾ ਹੈ। ਅਸੀਂ ਗਵਾਲੀਅਰ ਦੀਆਂ ਕੰਧਾਂ ਨੂੰ ਨਹੀਂ, ਸਤਿਗੁਰੂ ਜੀਆਂ ਨੂੰ ਨਮਸਕਾਰ ਕਰਦੇ ਹਾਂ। ਸਾਧ ਸੰਗਤ ਜੀ, ਉਧਰ ਫਿਰ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਨਾ, ਉਹਨੂੰ ਜਦੋਂ ਇਹ ਪਤਾ ਲੱਗਾ ਕਿ ਮੇਰਾ ਹੁਣ ਸਮਾਂ ਜਿਹੜਾ ਲੱਗਦਾ ਨੇੜੇ ਆ ਗਿਆ, ਮੈਂ ਬਚਾਂਗਾ ਨਹੀਂ, ਮੇਰੇ ਉੱਪਰ ਭਾਰੀ ਸੰਕਟ ਜਿਹੜੇ ਪੈਂਦੇ ਜਾ ਰਹੇ ਨੇ, ਉਹਨੇ ਫਿਰ ਮੁਖੀ ਸਿੱਖਾਂ ਦੀ ਸਲਾਹ ਲਈ। ਇੱਥੇ ਇਤਿਹਾਸ ਦੇ ਅੰਦਰ ਆਉਂਦਾ ਹੈ ਕਿ ਸਾਈਂ ਮੀਆਂ ਮੀਰ ਜੀ ਦਿੱਲੀ ਤਖਤ ਉੱਪਰ ਗਏ, ਜਹਾਂਗੀਰ ਬਾਦਸ਼ਾਹ ਦੇ ਕੋਲ ਗਏ, ਤੇ ਜਿਹੜਾ ਉਹ ਭਾਈ ਜੋਗਾ ਔਰ ਭਾਈ ਜੇਠਾ ਸੀ ਨਾ, ਉਹ ਵੀ ਫਿਰ ਜੋਤਸ਼ੀ ਦਾ ਰੂਪ ਧਾਰਨ ਕਰਕੇ ਗਿਆ, ਜੋਤਸ਼ੀ ਦਾ ਰੂਪ ਧਾਰਨ ਕਰਕੇ ਗਿਆ ਔਰ ਜਾ ਕਰਕੇ ਗੁਰੂ ਸਾਹਿਬ ਜੀਆਂ ਨੂੰ ਜਾ ਕਰਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਔਰ ਕਹਿਣ ਲੱਗਾ ਕਿ ਤੁਹਾਡਾ ਸੰਕਟ ਜਿਹੜਾ ਟਲ ਜਾਵੇਗਾ, ਪਰ ਤੁਸੀਂ ਬੜਾ ਵੱਡਾ ਕਹਿਰ ਜਿਹੜਾ ਕਮਾ ਰਹੇ ਹੋ। ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਤੁਸੀਂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੱਬੀ ਅਵਤਾਰ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ, ਤੁਸੀਂ ਉਹਨਾਂ ਨੂੰ ਬੰਦੀ ਬਣਾਇਆ, ਕਿਉਂਕਿ ਸਤਿਗੁਰੂ ਜੀਆਂ ਨੂੰ ਕੋਈ ਬੰਦੀ ਨਹੀਂ ਕਰ ਸਕਦਾ। ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੀ ਆਪਣੀ ਬਿੱਦ ਸੀ। ਸਾਧ ਸੰਗਤ ਜੀ, ਆਪ ਮੁਕਤ ਅਵਰੈ ਮੁਕਤ ਕਰਾਵੇ, ਗੁਰੂ ਤੇ ਆਪ ਮੁਕਤ ਹੈ, ਹੋਰਨਾਂ ਨੂੰ ਮੁਕਤ ਬੰਧਨਾਂ ਤੋਂ ਛਡਾਉਣ ਵਾਲਾ ਹੈ, ਗੁਰੂ ਨੂੰ ਬੰਦੀ ਕੌਣ ਬਣਾ ਸਕਦਾ ਹੈ। ਸਾਧ ਸੰਗਤ, ਜਦੋਂ ਉਸ ਜੋਤਸ਼ੀ ਨੇ ਜਾ ਕਰਕੇ ਕਿਹਾ ਨਾ, ਤੂੰ ਰੱਬੀ ਅਵਤਾਰ ਨੂੰ ਕੈਦ ਕੀਤਾ ਹੈ ਆਪਣੇ ਕੋਲ, ਉਹਨੂੰ ਤੂੰ ਛੱਡਣਾ ਕਰ, ਫਿਰ ਤੇਰਾ ਸੰਕਟ ਜਿਹੜਾ ਉਹ ਟਲੇਗਾ। ਫਿਰ ਉਸ ਜਹਾਂਗੀਰ ਬਾਦਸ਼ਾਹ ਨੂੰ ਸਲਾਹ ਦਿੱਤੀ। ਸਾਈਂ ਮੀਆਂ ਮੀਰ ਜੀ ਨੇ ਕਹਿਣ ਲੱਗੇ, ਮੈਂ ਬ੍ਰਹਮ ਗਿਆਨੀ ਦੀ ਜਿਹੜਾ ਸੰਗ ਕੀਤਾ ਹੈ, ਪਰ ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਰੱਬੀ ਅਵਤਾਰ ਨੂੰ ਤੂੰ ਆਪਣੇ ਕੋਲ ਕੈਦ ਵਿੱਚ ਰੱਖਿਆ ਹੈ, ਸੰਗਤਾਂ ਵਿਰਲਾਪ ਕਰ ਲਈਆਂ ਨੇ, ਉਹਨੂੰ ਤੂੰ ਛੱਡ ਦੇ, ਤੇਰੇ ਸੰਕਟ ਜਿਹੜੇ ਨੇ ਉਹ ਦੂਰ ਹੋ ਜਾਣਗੇ। ਸਾਧ ਸੰਗਤ ਜੀ, ਹੁਣ ਮੌਤ ਦੀ ਚਿੰਤਾ ਸੀ ਔਰ ਇਹ ਜਾਣ ਕਰਕੇ ਇਹਨੇ ਹੁਕਮ ਕੀਤਾ ਹੈ ਆਪਣੇ ਜਹਾਂਗੀਰ ਨੇ ਆਪਣੇ ਬਾਦਸ਼ਾਹ ਨੂੰ, ਔਰ ਉਹਨੇ ਜਾ ਕਰਕੇ ਗਵਾਲੀਅਰ ਦੇ ਕਿਲੇ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਅੱਗੇ ਹੱਥ ਜੋੜੇ, ਕਹਿਣ ਲੱਗਾ, ਸਤਿਗੁਰੂ ਜੀ ਤੁਹਾਨੂੰ ਰਿਹਾ ਕੀਤਾ ਹੈ, ਤੁਸੀਂ ਇਸ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆ ਜਾਵੋ। ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਬਾਹਰ ਨਹੀਂ ਆਵਾਂਗੇ। ਉਹ ਜਿਹੜਾ ਬਾਦਸ਼ਾਹ ਜੀ ਨਾ, ਉਹ ਕਹਿਣ ਲੱਗਾ, ਕਿਉਂ? ਸਤਿਗੁਰੂ ਜੀ ਕਹਿਣ ਲੱਗੇ, ਇਹ ਜਿਹੜੇ 52 ਰਾਜੇ ਨੇ ਨਾ, ਇਹ ਸਾਡੇ ਸਤ ਸੰਗੀ ਬਣ ਚੁੱਕੇ ਨੇ, ਕਿਉਂਕਿ ਗੁਰੂ ਦਾ ਬਿਰਦ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਹਰ ਬਿਰਦ ਸੁਆਮੀ ਸੰਧਾ। ਜੋ ਵੀ ਗੁਰੂ ਦਾ ਲੜ ਪਕੜਦਾ ਹੈ ਨਾ, ਗੁਰੂ ਕਦੇ ਵਾਸਤੇ ਵੀ ਉਹਨਾਂ ਦੀ ਬਾਂਹ ਕਦੇ ਵਾਸਤੇ ਵੀ ਛੱਡਦਾ ਨਹੀਂ। ਆਪਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਲੜ ਪਕੜੀਏ, ਸਤਿਗੁਰੂ ਜੀ ਕਿਰਪਾ ਕਰਨ, ਕਦੇ ਵਾਸਤੇ ਸਾਡੇ ਨਿਮਾਣਿਆਂ ਨਤਾਣਿਆਂ ਦੀ ਬਾਂਹ ਨੂੰ ਨਹੀਂ ਛੱਡਣਗੇ। ਉਹ ਹੁਕਮ ਕਹਿਣ ਲੱਗਾ ਕਿ ਤੁਹਾਨੂੰ ਰਿਹਾ ਕੀਤਾ। ਸਤਿਗੁਰੂ ਕਹਿਣ ਲੱਗੇ, ਨਹੀਂ, ਅਸੀਂ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਹੀਂ ਆਵਾਂਗੇ। ਇਹ ਜਿਹੜੇ ਰਾਜੇ ਨੇ, ਇਹ ਸਾਡੇ ਸਤ ਸੰਗੀ ਬਣ ਚੁੱਕੇ ਨੇ, ਇਹਨਾਂ ਸਾਡਾ ਪੱਲਾ ਪਕੜਿਆ, ਅਸੀਂ ਇਹਨਾਂ ਨੂੰ ਛੱਡ ਕਰਕੇ ਨਹੀਂ ਆਵਾਂਗੇ। ਇਹ ਸਾਰੇ ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇ। ਸਾਧ ਸੰਗਤ ਜੀ, ਬਾਦਸ਼ਾਹ ਕੋਲ ਖਬਰ ਪਹੁੰਚੀ। ਬਾਦਸ਼ਾਹ ਜਹਾਂਗੀਰ ਨੂੰ ਜਾ ਕਰਕੇ ਦੱਸਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਇਹ ਹੁਕਮ ਹੈ ਕਿ ਸਾਰੇ ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇ। ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਪਤਾ ਨਹੀਂ ਕਿਹੜੀ ਕਿਹੜੀ ਰਿਆਸਤ ਦੇ ਵਿੱਚੋਂ ਇਹ ਰਾਜੇ ਜਿਹੜੇ ਬੰਦੀ ਬਣਾਏ, ਕਿੰਨੀਆਂ ਕਿੰਨੀਆਂ ਫੌਜਾਂ ਜਿਹੜੀਆਂ ਮਰਵਾ ਦਿੱਤੀਆਂ ਇਹਨਾਂ ਰਾਜਿਆਂ ਨੂੰ ਫੜਨ ਦੇ ਵਾਸਤੇ, ਤੇ ਗੁਰੂ ਕਹਿੰਦਾ ਹੈ ਕਿ ਇਹਨਾਂ ਰਾਜਿਆਂ ਨੂੰ ਛੱਡ ਦੇਵੋ। ਸਾਧ ਸੰਗਤ ਜੀ, ਉੱਥੇ ਫਿਰ ਇਹਨਾਂ ਇੱਕ ਚਾਲ ਚੱਲੀ ਕਿ ਜਿੰਨੀਆਂ ਕਲੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚੋਲੇ ਨੂੰ ਹੋਣਗੀਆਂ ਨਾ, ਉਤਨੀਆਂ ਕਲੀਆਂ ਜਿਹੜੀਆਂ ਨੇ ਉਹ ਰਾਜੇ ਫੜ ਕਰਕੇ, ਜਿੰਨੇ ਕੋ ਰਾਜੇ ਬਾਹਰ ਆ ਜਾਣਗੇ, ਗੁਰੂ ਨੂੰ ਇਹ ਕਹਿ ਦਿਓ ਕਿ ਉਹਨਾਂ ਰਾਜਿਆਂ ਨੂੰ ਵਾਪਸ ਲੈ ਜਾਵੇ, ਬਾਕੀ ਸਾਰੇ ਰਾਜਿਆਂ ਨੂੰ ਨਹੀਂ ਭੇਜਾਂਗੇ। ਉਧਰ ਸਤਿਗੁਰੂ ਅੰਤਰਜਾਮੀ ਪਿਤਾ ਪਹਿਲਾਂ ਹੀ ਜਾਣਦੇ ਨੇ। ਇਤਿਹਾਸ ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਜੀਆਂ ਨੇ ਲਿਖਿਆ ਹੈ ਕਿ ਜਦੋਂ ਰਾਜੇ ਸਤ ਸੰਗੀ ਬਣੇ ਸਨ ਨਾ, ਉਦੋਂ ਹੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆਪਣੇ ਸਿੱਖਾਂ ਨੂੰ ਭੇਜ ਕਰਕੇ ਉਹ 52 ਕਲੀਆਂ ਵਾਲਾ ਚੋਲਾ ਜਿਹੜਾ ਸੀ ਉਹ ਸਮਾਇਆ ਸੀ। ਸਾਧ ਸੰਗਤ ਜੀ, ਜਦੋਂ ਸਤਿਗੁਰੂ ਜੀ ਆਏ,
सतगुरु जियां पास आन करके ये हुक्म आया कि जिन्नियां तुहाडे चोले दियां कलियां होणगियां उन्हां कलियां नूं जिन्ने राजे फड़ करके निकल जाणगे तुहाडे नाल वो रिहा कर दिते जाणगे। साध संगत इत्थे फिर गुरु हरगोबिंद साहिब जी महाराज जी ने अपने सिखां नूं कहा कि साडा चोला जिहड़ा है ना वो लिआंदा जावे। साध संगत इतिहास दे अंदर आपां पढ़दे हां कि गुरु हरगोबिंद साहिब जी महाराज जियां दा जिहड़ा कद है ना वो 7.5 फुट दा है। अपने विचों कोई नहीं होवेगा, अपने नगर दे अंदर भी शायद कोई होवे। 7.5 फुट दा कद है गुरु हरगोबिंद साहिब जी दा। बड़ी वड्डी चौड़ी छाती जिहड़ी है गुरु हरगोबिंद साहिब जी महाराज जियां दी है। और उतना वड्डा चोला तैयार सतगुरु जियां ने करवाया, जिहदियां 50 कलियां दसियां ने कवि संतोख सिंह जियां ने। 5 पीछे और 5 अगे उस जामे की 50 कली। इस तरह लिखिया जदों सतगुरु जियां ने चोला पहनिया, सीस दे उपर सोहना दस्तारा सजाया और सतगुरु जियां ने उन्हां राजियां नूं कहा कि साडा पल्ला जिहड़ा तुसीं पकड़ लवो, तुहानूं असीं रिहा करवा देवांगे। 2 राजे रह गए। सतगुरु जियां अगे बेनती करन लगे, सतगुरु सानूं छड्ड करके चले हो मौत दे घर दे अंदर। सतगुरु कहन लगे असीं तुहाडी बांह जिहड़ी है वो कदे वास्ते नहीं छड्डांगे। साध संगत जी जिहड़ा निहंग सिंघां दा चोला हुंदा है ना, उहनूं बटन नहीं लगदे, उहनूं बन्नण दे वास्ते तणियां हुंदियां ने। 2 तणियां गुरु हरगोबिंद साहिब जी महाराज जियां दे चोले नूं, पिछे 25 राजे, अगे 25 राजे और 2 कलियां जिहड़ियां उन्हां दे नाल 52 राजे गुरु हरगोबिंद साहिब जी महाराज जियां ने गवालियर दे किले दे विचों रिहा करवाए। और वो राजे जिहड़े ने बादशाह जिहड़ा है अपनी जुबान तो मुकर भी ना सकिया, सतगुरु जियां ने सबना नूं रिहा करवाया। अमृतसर साहिब जियां दी धरती दे उपर सतगुरु जी पहुँचे। बाबा बुढ़ा साहिब जियां ने सतगुरु जियां दी खुशी दे आउण दे अंदर अमृतसर दियां गलियां नूं सफाई करवाई, साफ कराइयां, दीपमाला कीती। और बाबा बुढ़ा साहिब जियां ने सिखां नूं बेनती कीती कि घ्यो दे दीवे जगाए जाण, दीपमाला कीती जावे। सतगुरु जियां दी खुशी दे अंदर आउण दी खुशी दे अंदर बाबा बुढ़ा साहिब जियां ने अनेकां संगतां ने अज दे दिन जो आप सरबत संगतां बंदी छोड़ दिवस मना रहे हो, क्योंकि साडी दिवाली नहीं साडा बंदी छोड़ दिवस है। असीं ये भावें कि ये त्यौहार जिहड़ा सारे धर्मां दा इकट्ठा हो जाता है, भावें अदला बदली है डेट दी टाइम दी, पर ये याद रखियो आपां बंदी छोड़ दिवस दीपमाला दीवे तां जगाउने आ कि सतगुरु गुरु हरगोबिंद साहिब जी महाराज उन्हां 52 राजियां नूं कैद दे विचों छड़ा करके लियाए सन। इत्थे फिर सतगुरु जियां ने आन करके बचन कीते, क्योंकि इत्थे बाबा बुढ़ा साहिब जियां ने फिर चौंकी कढ़ी, शब्द पढ़े और सतगुरु गुरु हरगोबिंद साहिब जियां ने बचन कीते, चौंकियां झंडे बूंगे जुगो जुग अटल, ये अटल रहणगे सदा वास्ते। धन सतगुरु श्री गुरु हरगोबिंद साहिब जी महाराज कृपा करन, उन्हां दी वडियाई गाथा इस जीव दे नाल बड़ी थोड़ी है, हो नहीं सकती साडे कलयुगी जीवां दे कोल। सतगुरु जी कृपा करन, आप ही रहमत करन। आपां बेनती करिए सतगुरु श्री गुरु हरगोबिंद साहिब जी महाराज कृपा करो, असीं तुहाडा पल्ला पकड़िए और जो तुहाडा हुक्म है, क्योंकि शस्त्रां नूं रखना, शस्त्रां नूं धारण करना ये गुरु हरगोबिंद साहिब जियां दा हुक्म है। ये आपां कहने सतगुरु गुरु गोबिंद सिंह साहिब जी महाराज जियां ने एक सिद्धांत नूं लागू कर दिता पक्के रूप दे अंदर, पर यह हुक्म गुरु हरगोबिंद साहिब जी महाराज जियां दा सी कि हर एक सिख जिहड़ा वो शस्त्रधारी होवे। उस सिद्धांत नूं फिर गुरु गोबिंद सिंह ने पक्का किया है कि जो हमारे दर्शन को आवे बन सुचेत, तन शस्त्र सुजावे, शस्त्र सिहीन ना कबहू होई, रहतवंत खालसा है सोई। अपने कोल अपनी राखी दे वास्ते गुरु का सिख जिहड़ा है ना वो शस्त्र राखे, क्योंकि साध संगत जी बिना शस्त्रंग केसंग नरंग भेड़ जानो, गए कान ताको किते लै सिधानो, यही मोर आज्ञा सुनो ले प्यारे, बिना केसंग शस्त्रंग ना देवो दिदारे। क्योंकि गुरु के सिख उपर जदों कोई जुल्म हुंदा है ना, अज भी आपां देखिए, पर साध संगत जी फिर गुरु का सिख चूंकार अज हमाहील ते दर गुजश्त, हलाल अस्त बुरदन
ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਉਹ ਫਿਰ ਆਪਣੀ ਤਲਵਾਰ ਨੂੰ ਹੱਥ ਪਾਉਂਦਾ ਹੈ। ਇਹ ਗੁਰੂ ਦਾ ਹੁਕਮ ਆਪਾਂ ਸਿਰ ਮਸਤੇ ਮੰਨਣਾ ਹੈ ਔਰ ਗੁਰੂ ਦੇ ਹੁਕਮ ਨੂੰ ਸੱਚ ਜਾਣ ਕਰਕੇ ਆਪਣੇ ਹਿਰਦੇ ਅੰਦਰ ਵਸਾ ਕਰਕੇ ਸ਼ਸਤਰਧਾਰੀ ਹੋ ਕਰਕੇ ਗੁਰੂ ਦੇ ਉੱਪਰ ਪਹਿਰਾ ਦੇਣਾ। ਆਪ ਸਰਬੱਤ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤਾਂ ਕਰਨ। ਦਾਸ ਦੇ ਕੋਲੋਂ ਵਿਚਾਰਾਂ ਕਰਦਿਆਂ ਹੋਇਆਂ, ਸਤਿਗੁਰੂ ਜੀਆਂ ਦਾ ਇਤਿਹਾਸ ਸੁਣਾਉਂਦਿਆਂ ਹੋਇਆਂ ਪਤਾ ਨਹੀਂ ਕਿਤਨੀਆਂ ਕੁ ਊਣਤਾਈਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਜੀਆਂ ਦਾ ਸਿਫਤ ਕਰਦਿਆਂ ਹੋਇਆਂ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ। ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਅਗਾਂਹ ਵਾਸਤੋਂ ਅਰਦਾਸ ਕਰਨੀ, ਸਤਿਗੁਰੂ ਜੀ ਆਪ ਹੀ ਵਿੱਚ ਵਰਤ ਕਰਕੇ ਆਪਣੀ ਵਡਿਆਈ ਸੋਭਾ ਜਿਹੜੀ ਨੇ ਉਹ ਕਰਵਾਉਂਦੇ ਰਹਿਣ। ਹੋਈ ਭੁੱਲ ਚੁੱਕ ਦੀ ਮੁਆਫੀ ਖਿਮਾ ਬਖਸ਼ਿਸ਼ ਕਰਨੀ। ਆਓ ਅਸੀਸ ਬਖਸ਼ੋ, ਅਸੀਸ ਬਖਸ਼ਦਿਆਂ ਗੱਜ ਕਰਕੇ ਪ੍ਰੇਮ ਦੇ ਵਿੱਚ ਭੇਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।